ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਲਗਾਤਾਰ ਵਪਾਰ ਨੂੰ ਨੁਕਸਾਨ ਹੋਇਆ। ਉਸ ਤੋਂ ਬਾਅਦ ਕਿਸਾਨ ਧਰਨੇ ਤੇ ਬੈਠੇ ਹੋਏ ਪਰ ਹਜੇ ਵੀ ਕਿਸਾਨਾਂ ਦਾ ਕੋਈ ਹੱਲ ਨਹੀਂ ਹੋ ਰਿਹਾ। ਜੇਕਰ 2020 ਦੀ ਗੱਲ ਕਰੀਏ ਤਾਂ 2020 ਚ ਕਰੋਨਾ ਮਹਾਮਾਰੀ ਨੇ ਵੱਡਾ ਨੁਕਸਾਨ ਕੀਤਾ ਸੀ। ਪੂਰੇ ਦੇਸ਼ ਦੇ ਵਿੱਚ ਆਰਥਿਕ ਸੰਕਟ ਆਇਆ ਸੀ, ਪਰ ਫਿਰ ਵੀ ਸਰਕਾਰ ਨੇ ਵਪਾਰੀ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ। ਜਿਹੜੇ ਮਿਡਲ ਕਲਾਸ ਵਪਾਰੀ ਹੈ ਲਗਾਤਾਰ ਲਾਸ ਦੇ ਵਿੱਚ ਰਹੇ ਹੈ। ਤਾਂ ਹੁਣ ਜਿਹੜਾ ਇਹ ਅੰਦੋਲਨ ਕਿਸਾਨਾਂ ਦਾ ਚੱਲਦਾ ਪਿਆ, ਉਮੀਦ ਸੀ ਕਿ ਨਵੇਂ ਸਾਲ ਤੇ ਕੋਈ ਕੇਂਦਰ ਸਰਕਾਰ ਕਿਸਾਨਾਂ ਦਾ ਹੱਲ ਕਰੂਗੀ, ਪਰ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ। ਅੰਦੋਲਨ ਲਗਾਤਾਰ ਲੰਬਾ ਹੁੰਦਾ ਜਾ ਰਿਹਾ ਹੈ, ਕਿਸਾਨ ਪਰੇਸ਼ਾਨ ਹੋ ਰਹੇ ਹੈ। ਜਿਹੜੇ ਪੰਜਾਬ ਦੇ ਵਪਾਰੀ ਹੈ ਉਹ ਲਗਾਤਾਰ ਪਰੇਸ਼ਾਨ ਹੋ ਰਹੇ ਕਿ ਸਰਕਾਰ ਆਖਰਕਾਰ ਹੱਲ ਕਿਉਂ ਨਹੀਂ ਕਰ ਰਹੀ। ਤਾਂ ਸਾਡੇ ਨਾਲ ਅੱਜ ਗੱਲਬਾਤ ਕਰਨੀ ਖਾਸ ਤੌਰ ਤੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਜੀ ਨੇ ਤੇ ਅਖਿਲ ਭਾਰਤੀ ਸਵਰਨਕਾਰ ਸੰਘ ਦੇ ਜਿਹੜੇ ਨੈਸ਼ਨਲ ਰਾਸ਼ਟਰੀ ਪ੍ਰਧਾਨ ਨੇ ਕਰਤਾਰ ਜੌੜਾ ਜੀ ਨੇ ਤੇ ਨਾਲ ਹੀ ਜਨਰਲ ਸੈਕਟਰੀ ਨੇ ਮਹੇਸ਼ਵਰੀ ਜੀ। ਇਹ ਸਾਰੇ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਨਾਲ, ਕਿਉਂਕਿ ਵੱਡਾ ਨੁਕਸਾਨ ਵਪਾਰੀ ਅੱਜ ਵੀ ਝੇਲ ਰਿਹਾ। ਉਮੀਦ ਸੀ ਇਹਨਾਂ ਨੂੰ ਕਿ 2021 ਚੜਿਆ ਤਾਂ ਸਰਕਾਰ ਕਿਸਾਨਾਂ ਦੀ ਮੰਗਾਂ ਪੂਰੀ ਕਰੂਗੀ ਤਾਂ ਵਪਾਰ ਚੱਲੂਗਾ, ਕਿਉਂਕਿ ਕਿਸਾਨੀ ਤੇ ਹੀ ਸਾਰਾ ਕੁਝ ਚੱਲਦਾ ਪਿਆ। ਸਭ ਤੋਂ ਪਹਿਲਾਂ ਸਾਡੇ ਨਾਲ ਕਰਤਾਰ ਜੌੜਾ ਜੀ ਨੇ, ਜਿਹੜੇ ਕਿ ਰਾਸ਼ਟਰੀ ਪ੍ਰਧਾਨ ਨੇ ਅਖਿਲ ਭਾਰਤੀ ਸਵਰਨਕਾਰ ਸੰਘ ਦੇ। ਜੌੜਾ ਸਾਹਿਬ, 2020 ਬੜਾ ਮਾੜਾ ਨਿਕਲਿਆ, ਵਪਾਰ ਬਿਲਕੁਲ ਠੱਪ ਹੋ ਚੁੱਕਿਆ ਤੇ ਹੁਣ 21 ਤੇ ਉਮੀਦ ਸੀ ਸਰਕਾਰ ਕੋਈ ਕਿਸਾਨਾਂ ਦਾ ਹੱਲ ਕਰੂਗੀ। ਪਹਿਲਾਂ ਇਹ ਦੱਸੋ ਕਿ ਤੁਹਾਡੇ ਸਵਰਨਕਾਰ ਸੰਘ ਦੇ ਤੁਸੀਂ ਰਾਸ਼ਟਰੀ ਪ੍ਰਧਾਨ ਹੋ, ਪਿਛਲੇ ਲੰਬੇ ਦੌਰਾਨ ਤੁਹਾਡੇ ਵੀ ਪ੍ਰਦਰਸ਼ਨ ਚੱਲਦੇ ਰਹੇ ਹੈ, ਕੀ ਕੁਝ ਮੰਗਾਂ ਸੀ ਸਰਕਾਰ ਨੇ ਜਿਹੜੀ ਹਜੇ ਤੱਕ ਪੂਰੀ ਨਹੀਂ ਕੀਤੀਆਂ? ਕੇਂਦਰ ਸਰਕਾਰ ਨੇ ਸਾਡੇ ਜਵੈਲਰੀ ਦਾ ਜੋ ਟ੍ਰੇਡ ਸੀਗਾ ਉਸ ਦੇ ਉੱਤੇ 1% GST ਲਗਾਉਣ ਦੀ ਪ੍ਰੋਮਿਸ ਕੀਤਾ ਸੀ, ਕਿਉਂਕਿ ਪਹਿਲਾਂ ਸਾਡਾ ਜਿਹੜਾ ਸੀ 1% ਸੇਲ ਟੈਕਸ ਹੁੰਦਾ ਸੀ, 1% ਹੀ ਵੈਟ ਹੁੰਦਾ ਸੀਗਾ। ਉਸ ਤੋਂ ਬਾਅਦ 2012 ਦੇ ਵਿੱਚ ਕੇਂਦਰ ਸਰਕਾਰ ਨੇ, ਕਾਂਗਰਸ ਦੀ ਸਰਕਾਰ ਸੀ, ਉਹਨਾਂ ਨੇ 1% ਐਕਸਾਈਜ਼ ਡਿਊਟੀ ਲਾਉਣ ਵਾਸਤੇ ਸ਼ੁਰੂਆਤ ਕੀਤੀ, ਲੇਕਿਨ ਸਾਡੇ ਵਿਰੋਧ ਨੂੰ, ਸਾਡੀ ਇੱਛਾਵਾਂ ਨੂੰ ਦੇਖਦੇ ਹੋਏ ਉਹਨਾਂ ਨੇ ਉਹ ਵਿਡਰਾਅ ਕਰ ਲਿਆ ਸੀ, ਖਾਰਜ ਕਰ ਦਿੱਤਾ ਸੀ। ਉਸ ਤੋਂ ਬਾਅਦ 2016 ਦੇ ਵਿੱਚ ਕੇਂਦਰ ਸਰਕਾਰ ਨੇ, ਮੋਦੀ ਜੀ ਦੀ ਸਰਕਾਰ ਸੀ, ਅਰੁਣ ਜੇਤਲੀ ਜੀ ਸਾਡੇ ਫਾਈਨੈਂਸ ਮਿਨਿਸਟਰ ਸੀ, ਉਹਨਾਂ ਨੇ ਫਿਰ 1% ਐਕਸਾਈਜ਼ ਡਿਊਟੀ ਗੋਲਡ ਦੇ ਉੱਤੇ ਲਗਾ ਕੇ ਸਾਨੂੰ 1% ਵੈਟ ਦੇ ਨਾਲ 1% ਐਕਸਾਈਜ਼ ਡਿਊਟੀ ਲਗਾ ਕੇ 2% ਚਾਰਜ ਕਰਨ ਵਾਸਤੇ ਸ਼ੁਰੂਆਤ ਕੀਤੀ। ਅਸੀਂ ਬੜੇ ਉਹਨਾਂ ਨੂੰ ਰਿਕੁਐਸਟ ਕੀਤੀ, ਅਖੀਰ ਦੇ ਵਿੱਚ ਅਸੀਂ ਪ੍ਰੋਟੈਸਟ ਸ਼ੁਰੂ ਕੀਤੇ। 42 ਦਿਨ ਤੱਕ ਲਗਾਤਾਰ ਪ੍ਰੋਟੈਸਟ ਸਾਡਾ ਚੱਲਦਾ ਰਿਹਾ, ਲੇਕਿਨ ਕੇਂਦਰ ਸਰਕਾਰ ਨੇ ਸਾਡੀਆਂ ਗੱਲਾਂ ਸੁਣਦੇ ਹੋਏ ਸਾਨੂੰ ਡਿਸਾਈਡ ਕਰਕੇ ਇਹ ਮੈਟਰ ਨੂੰ ਫਾਈਨਲ ਨਹੀਂ ਕੀਤਾ, ਲੇਕਿਨ ਸਾਨੂੰ ਇੱਕ ਪੰਜਾਬੀ ਸ਼ਬਦ ਹੈ ਕਿ ਮਿੱਠੀ ਗੋਲੀ ਦੇ ਕੇ, ਲੋਲੀਪੌਪ ਦੇ ਕੇ ਇਹ ਕਹਿ ਦਿੱਤਾ ਕਿ ਇਸ ਦਾ ਸੁਧਾਰ ਕੀਤਾ ਜਾਊਗਾ, ਤੁਹਾਨੂੰ ਰਾਹਤ ਦਿੱਤੀ ਜਾਊਗੀ। 42 ਦਿਨ ਬਾਅਦ ਅਸੀਂ ਜੋ ਧਰਨੇ ਸੀਗੇ ਉਹ ਵਿਡਰਾਅ ਕਰ ਲਏ, ਲੇਕਿਨ ਕੇਂਦਰ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਸ ਦੇ ਮੁਤਾਬਕ ਸਾਡੇ ਨਾਲ ਨਹੀਂ ਨਿਪਟੀ। ਉਹਨਾਂ ਨੇ ਸਾਨੂੰ ਕੋਈ ਰਾਹਤ ਨਹੀਂ ਦਿੱਤੀ। ਉਸ ਕੁਝ ਸਮੇਂ ਬਾਅਦ GST ਲੱਗ ਗਿਆ। GST ਦੇ ਵਿੱਚ 1% ਦੀ ਜਗ੍ਹਾ 'ਤੇ ਸਾਨੂੰ 3% GST ਲਗਾ ਦਿੱਤਾ ਗੋਲਡ 'ਤੇ, ਜਦੋਂ ਕਿ ਸਾਡੇ 'ਤੇ 1% ਵੈਟ ਹੁੰਦਾ ਸੀ। 3 ਗੁਣਾ ਕਰਕੇ GST ਗੋਲਡ ਸਿਲਵਰ 'ਤੇ ਲਗਾ ਦਿੱਤਾ, ਉਸ ਦੇ ਨਾਲ ਡਾਇਮੰਡ 'ਤੇ ਵੀ 3% ਲਗਾ ਦਿੱਤਾ। ਸਾਡੀਆਂ ਫਿਰ ਮੰਗਾਂ ਸਾਹਮਣੇ ਰਹੀਆਂ ਕਿ 3% ਬਹੁਤ ਜ਼ਿਆਦਾ ਹੈ, ਇਹਨੂੰ ਘਟਾਇਆ ਜਾਵੇ, ਪੁਰਾਣੀ ਦਰਾਂ ਦੇ ਵਿੱਚ 1% ਹੀ ਕੀਤਾ ਜਾਵੇ, ਲੇਕਿਨ ਸਰਕਾਰ ਨੇ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਜੋ ਡਾਇਮੰਡ ਜੁਐਲਰੀ ਹੈ, ਡਾਇਮੰਡ ਹੈ, ਉਸ 'ਤੇ ਲਗਜ਼ਰੀ ਗੁੱਡਸ ਹੈ, ਲਗਜ਼ਰੀ ਔਰਨਾਮੈਂਟਸ ਹੈ, ਉਸ 'ਤੇ ਇਹਨਾਂ ਨੇ ਘਟਾ ਕੇ 3% ਤੋਂ 0.25% ਕਰ ਦਿੱਤਾ। ਲੇਕਿਨ ਗੋਲਡ ਅਤੇ ਸਿਲਵਰ, ਜੋ ਕਿ ਇੱਕ ਆਮ ਨਾਗਰਿਕ ਦੇ ਲੈਣ ਵਾਲੀ ਚੀਜ਼ ਆ, ਉਸ 'ਤੇ ਕੋਈ ਇਹਨਾਂ ਨੇ ਰਾਹਤ ਨਹੀਂ ਦਿੱਤੀ। ਅੱਜ ਵੀ ਉਸ 'ਤੇ 3% ਹੀ ਵੈਟ ਤੋਂ ਤਿੱਗਣਾ ਹੀ ਚਾਰਜ ਕੀਤਾ ਜਾ ਰਿਹਾ ਹੈ। ਯਾਨੀ ਇਹ ਆਪਾਂ ਕਹਿ ਸਕਦੇ ਕਿ ਸਰਕਾਰ ਨੇ, ਕੇਂਦਰੀ ਸਰਕਾਰ ਨੇ ਵਾਅਦਾ ਕੀਤਾ ਸੀਗਾ, ਪਰ ਵਾਅਦਾ ਖਿਲਾਫੀ ਹੋਈ ਹੈ, ਨਹੀਂ ਪੂਰਾ ਹੋਇਆ। ਕੇਂਦਰ ਸਰਕਾਰ ਨੇ ਸਾਨੂੰ ਕਿਹਾ ਸੀ ਰਾਹਤ ਦਿੱਤੀ ਜਾਵੇਗੀ, ਲੇਕਿਨ ਰਾਹਤ ਦੇਣ ਦੀ ਬਜਾਏ ਉਹਨਾਂ ਨੇ ਦੁੱਗਣਾ ਵੀ ਨਹੀਂ, ਸਿਰਫ ਤਿੱਗਣਾ ਟੈਕਸ ਕਰ ਦਿੱਤਾ। ਤੇ ਹੁਣ ਜਿਹੜਾ ਕਿਸਾਨ ਅੰਦੋਲਨ ਚੱਲਦਾ ਪਿਆ ਹੈ, ਤੁਹਾਨੂੰ ਲੱਗਦਾ ਕਿ ਬਾਰ-ਬਾਰ ਜੇ ਚਾਹੇ ਅਮਿਤ ਸ਼ਾਹ ਹੋਣ ਤੇ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਚਾਹੇ ਤੋਮਰ ਜਿਹੜੇ ਮੰਤਰੀ ਨੇ ਖੇਤੀਬਾੜੀ, ਉਹ ਲਗਾਤਾਰ ਕਿਸਾਨਾਂ ਨੂੰ ਇਹੀ ਗੱਲ ਕਹਿ ਰਹੇ ਆ ਕਿ ਇਸ ਕਾਨੂੰਨ 'ਚ ਸੋਧ ਕਰਾ ਲਓ? ਲੱਗਦਾ ਵਿਸ਼ਵਾਸ ਕਰਨ ਕਿਸਾਨ ਇਹਨਾਂ ਤੇ? ਨਹੀਂ ਜੀ, ਵਿਸ਼ਵਾਸ ਕਰਨਾ ਤਾਂ ਕੇਂਦਰ ਸਰਕਾਰ ਤੇ ਬਹੁਤ ਔਖਾ ਹੈ, ਕਿਉਂਕਿ ਜਿਹੜਾ ਕਿਸਾਨ ਦਾ ਪ੍ਰੋਟੈਸਟ ਚੱਲ ਰਿਹਾ ਹੈਗਾ, ਇਹ ਬੜਾ ਲੰਬਾ ਸਮਾਂ ਬੀਤ ਚੁੱਕਿਆ ਹੈ। ਚਾਹੇ ਇਹਦੇ ਨਾਲ ਵਪਾਰ ਵੀ ਬਹੁਤ ਡਿਸਟਰਬ ਹੋ ਚੁੱਕਿਆ ਹੈ, ਪੰਜਾਬ ਦਾ ਨਹੀਂ ਸਿਰਫ ਆਲ ਇੰਡੀਆ ਦਾ ਹੀ ਵਪਾਰ ਡਿਸਟਰਬ ਹੋ ਰਿਹਾ ਹੈ। ਸਾਡਾ ਜਵੈਲਰਸ 'ਤੇ ਵੀ ਬਹੁਤ ਵੱਡਾ ਅਸਰ ਹੋ ਰਿਹਾ ਹੈ, ਇਸ ਦਾ ਹਰ ਇੱਕ ਟਰੇਡਰ 'ਤੇ, ਹਰ ਇੱਕ ਵਪਾਰੀ 'ਤੇ ਬੜਾ ਵੱਡਾ ਨੁਕਸਾਨ ਹੋ ਰਿਹਾ ਹੈ। ਅਸੀਂ ਉਮੀਦ ਰੱਖਦੇ ਸੀ 2021 ਦੇ ਸ਼ੁਰੂਆਤ ਦੇ ਵਿੱਚ ਹੀ ਇਹ ਸੈਟਲ ਕੀਤਾ ਜਾਊਗਾ, ਲੇਕਿਨ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕੋਈ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ। 3 ਕਾਨੂੰਨ ਜਿਨ੍ਹਾਂ ਨੂੰ ਕਿ ਇਹਨਾਂ ਨੇ ਖੇਤੀ ਵਾਸਤੇ ਲਾਭਦਾਇਕ ਦੱਸਿਆ ਸੀ, ਲੇਕਿਨ ਬਾਅਦ ਦੇ ਵਿੱਚ ਘੋਖ ਪੜਤਾਲ ਨਾਲ ਪਤਾ ਲੱਗਿਆ ਕਿ ਉਹ ਕਾਲਾ ਕਾਨੂੰਨ ਹੈ ਤਿੰਨੋਂ ਹੀ, ਜੋ ਕਿ ਕਿਸਾਨਾਂ ਦੇ ਹੱਕ ਵਿੱਚ ਨਹੀਂ ਹਨ। ਕਿਸਾਨਾਂ ਨੇ ਜੋ ਚੀਜ਼ ਮੰਗ ਕਰ ਰਹੇ ਹੈਗੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਭਰੋਸੇ 'ਤੇ ਵੀ ਰੱਖਿਆ ਜਾਂਦਾ ਕਿ ਹੋ ਜਾਵੇਗਾ, ਕਰ ਦੇਵਾਂਗੇ, ਠੀਕ ਹੋ ਜਾਵੇਗਾ, ਰਾਹਤ ਦੇ ਦਿੱਤੀ ਜਾਊਗੀ, ਲੇਕਿਨ ਕੇਂਦਰ ਸਰਕਾਰ 'ਤੇ ਭਰੋਸਾ ਕਰਨਾ ਵੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਮੁਸ਼ਕਿਲ ਹੋ ਚੁੱਕਿਆ ਹੈ, ਕਿਉਂਕਿ ਪਿਛਲੇ ਸਮੇਂ 'ਚ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ। ਨੋਟਬੰਦੀ ਹੋਈ, GST ਹੋਇਆ,
ਜਾਂ ਹੋਰ ਵੀ ਵਪਾਰ ਦੇ ਉੱਤੇ ਜੋ ਵੀ ਇਹਨਾਂ ਨੇ ਨਵੇਂ ਕਾਨੂੰਨ ਲਾਗੂ ਕੀਤੇ, ਉਹਨਾਂ ਨਾਲ ਸਾਨੂੰ ਬੜਾ ਵੱਡਾ ਨੁਕਸਾਨ ਹੋਇਆ। ਵਪਾਰ ਤਬਕੇ ਦੇ ਵਿੱਚ ਇਹਨਾਂ ਨੇ ਕੋਈ ਸਾਨੂੰ ਰਾਹਤ ਨਹੀਂ ਦਿੱਤੀ। ਕਰੋਨਾ ਵਾਇਰਸ ਦੇ ਸਮੇਂ ਦੇ ਵਿੱਚ ਵੀ ਕਿਸੇ ਵਪਾਰੀ ਨੂੰ ਕਿਸੇ ਵਿਆਜ ਦੇ ਵਿੱਚ, ਬੈਂਕਾਂ ਦੇ ਵਿਆਜ 'ਚ, ਕਿਸੇ ਕਿਸ਼ਤਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿੱਤੀ ਹੈ, ਕੋਈ ਟੈਕਸ ਦੇ ਵਿੱਚ ਰਿਲੀਫ ਨਹੀਂ ਦਿੱਤਾ ਹੈ। ਲੇਕਿਨ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਨੂੰ ਕਹਿ ਰਹੇ ਆ, ਇਹ ਵੀ ਭਰੋਸਾ ਕਰਨਾ ਬੜਾ ਮੁਸ਼ਕਲ ਹੋਇਆ ਪਿਆ ਹੈਗਾ ਕਿ ਉਹਨਾਂ ਨੂੰ ਜੋ ਅੱਜ ਕਹਿ ਰਹੇ ਆ ਕਿ ਉਸ ਤੇ ਪੂਰਾ ਨਿਭਣਗੇ ਕਿ ਨਹੀਂ ਨਿਭਣਗੇ। ਤੇ ਇੱਕ ਚੀਜ਼ ਹੋਰ ਹੈ, 2020 ਤਾਂ ਲਾਸ ਦੇ ਵਿੱਚ ਰਿਹਾ, ਉਮੀਦ ਸੀ ਕਿ 21 ਦੇ ਵਿੱਚ ਸਰਕਾਰ ਕੋਈ ਨਾ ਕੋਈ ਫੈਸਲਾ ਕਰੂਗੀ। ਕਿੰਨਾ ਕੁ ਵਪਾਰ ਥੱਲੇ ਚਲਾ, ਕਿਉਂਕਿ ਕਿਸਾਨਾਂ ਨੇ ਲਗਾਤਾਰ ਖਰੀਦਦਾਰੀ ਕਿਸਾਨਾਂ ਤੇ ਨਿਰਭਰ ਹੈਗੀ ਹੈ, ਫਸਲ ਆਊਗੀ, ਮਾਰਕੀਟ 'ਚ ਪੈਸਾ ਆਊਗਾ, ਤੇ ਕਿੰਨਾ ਲਾਸ ਹੋਇਆ ਹੁਣ ਤੱਕ? ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਜਿਹੜੇ ਉੱਥੇ ਧਰਨਿਆਂ ਤੇ ਪਹੁੰਚੇ ਹੋਏ ਆ, ਵੈਸੇ ਤਾਂ ਆਲ ਇੰਡੀਆ ਤੋਂ ਹੀ ਪਹੁੰਚੇ ਆ, ਲੇਕਿਨ ਪੰਜਾਬ ਦਾ ਕਿਸਾਨ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਹੋਇਆ। ਪੰਜਾਬ ਦਾ ਵਪਾਰ ਜਿਹੜਾ ਹੈ ਸਾਰਾ ਡਿਸਟਰਬ ਹੋ ਚੁੱਕਿਆ, ਕਿਉਂਕਿ ਕਿਸਾਨੀ ਨਾਲ ਬਹੁਤ ਵੱਡਾ ਡਿਪੈਂਡ ਕਰਦਾ ਹੈ ਵਪਾਰ ਦਾ। ਵਿਆਹ ਸ਼ਾਦੀਆਂ ਅਤੇ ਹੋਰ ਫੰਕਸ਼ਨ ਵੀ ਰੁਕੇ ਪਏ ਆ। ਅਸੀਂ ਤਾਂ ਉਮੀਦ ਰੱਖਦੇ ਸੀਗੇ ਵੀ 2021 ਦੀ ਸ਼ੁਰੂਆਤ ਦੇ ਵਿੱਚ ਸਰਕਾਰ ਕੋਈ ਜਲਦੀ ਸੈਟਲਮੈਂਟ ਕਰੂਗੀ, ਲੇਕਿਨ ਹਾਲੇ ਤੱਕ ਕੋਈ ਸੰਭਾਵਨਾ ਨਹੀਂ ਹੈਗੀ। ਕਿਸ ਤਰ੍ਹਾਂ ਕਰ ਰਹੇ ਆ, 7 ਮੀਟਿੰਗਾਂ ਹੋ ਚੁੱਕੀਆਂ ਹੈ, 7 ਮੀਟਿੰਗਾਂ ਦੇ ਵਿੱਚ ਹਾਲੇ ਤੱਕ ਵੀ ਸਰਕਾਰ ਨੇ ਕੋਈ ਰਾਹਤ ਦਾ ਆਰਡਰ ਜਾਰੀ ਨਹੀਂ ਕੀਤਾ ਹੈ, ਨਾ ਹੀ ਕੋਈ ਉਹਨਾਂ ਨੇ ਸਹਿਮਤੀ ਜ਼ਾਹਰ ਕੀਤੀ ਹੈ। ਬਿਲਕੁਲ, ਮਹੇਸ਼ਵਰੀ ਜੀ ਨਾਲ ਗੱਲ ਕਰਦੇ ਹਾਂ। ਜਨਰਲ ਸੈਕਟਰੀ ਨੇ ਜੀ, ਲਗਾਤਾਰ ਵਪਾਰ ਥੱਲੇ ਜਾ ਰਿਹਾ, ਉਮੀਦ ਸੀ ਕਿ 2021 ਚੜ੍ਹਿਆ, ਸਰਕਾਰ ਕੋਈ ਨਾ ਕੋਈ ਹੱਲ ਕਰੂਗੀ, ਕੀ ਕਹਿਣਾ ਚਾਹੋਗੇ ਜੀ? ਪਹਿਲੀ ਗੱਲ ਤਾਂ ਇਹ ਜਿਹੜੇ 3 ਕਾਨੂੰਨ ਇਹਨਾਂ ਨੇ ਬਣਾਏ ਆ, ਇਹ ਮੀਟਿੰਗਾਂ ਦੇ ਦੌਰਾਨ ਮਤਲਬ ਵੀ ਆਪਸ ਦੇ ਵਿੱਚ ਜੋ ਇਹਨਾਂ ਦੇ ਫੈਸਲੇ ਹੋਏ ਸੀ, ਉਸ ਦਿਨ ਮਤਲਬ ਵੀ ਗੱਲਬਾਤ ਰਾਹੀਂ ਕਿ 15 ਅਮੈਂਡਮੈਂਟਾਂ ਦੇ ਵਿੱਚੋਂ ਇਹ 12 ਅਮੈਂਡਮੈਂਟਾਂ ਕਰਨ ਨੂੰ ਤਿਆਰ ਸੀ ਸਰਕਾਰ। ਵੀ ਅਗਰ ਜੇ ਉਹ 12 ਅਮੈਂਡਮੈਂਟਾਂ ਕਰਨ ਨੂੰ ਤਿਆਰ ਆ ਤਾਂ ਫਿਰ ਉਹ ਇਹਨਾਂ ਕਾਨੂੰਨਾਂ ਨੂੰ ਕੈਂਸਲ ਕਰਕੇ ਨਵੇਂ ਹੋਰ ਬਣਾ ਦੇਣ, ਜੋ ਕਿ ਮਤਲਬ ਵੀ ਕਿਸਾਨਾਂ ਨੂੰ ਮਤਲਬ ਵੀ ਖੁਸ਼ਹਾਲੀ ਦੇ ਸਕੇ। ਇਸ ਕਰਕੇ ਅਸੀਂ ਮਤਲਬ ਵੀ ਬਾਰ-ਬਾਰ ਅਸੀਂ ਮਤਲਬ ਵੀ ਸਾਡੇ ਪ੍ਰਧਾਨ ਜੀ ਵੱਲੋਂ, ਚੇਅਰਮੈਨ ਸਾਹਿਬ ਵੱਲੋਂ ਵੀ ਮਤਲਬ ਵੀ ਮੋਦੀ ਸਾਹਿਬ ਨੂੰ ਰਿਕੁਐਸਟ ਕੀਤੀ ਗਈ ਆ ਵੀ ਇਹਨਾਂ ਦਾ ਜਲਦੀ ਫੈਸਲਾ ਕਰਨ, ਕਾਨੂੰਨਾਂ ਨੂੰ ਵਾਪਸ ਲੈ ਕੇ ਨਵੇਂ ਕਾਨੂੰਨ ਜਿਸ ਤਰ੍ਹਾਂ ਮਤਲਬ ਵੀ ਦੇਸ਼ ਦੀ ਖੁਸ਼ਹਾਲੀ ਵਾਸਤੇ ਠੀਕ ਹੋਣ, ਉਹ ਬਣਾਉਣ, ਤਾਂ ਜੋ ਮਤਲਬ ਵੀ ਭਾਰਤ ਦਾ ਹੀ ਮਤਲਬ ਪੰਜਾਬ ਦਾ ਹੀ ਨਹੀਂ ਬਲਕਿ ਭਾਰਤ ਦਾ ਵਪਾਰ ਵੀ ਬਹੁਤ ਅੱਛੀ ਤਰ੍ਹਾਂ ਚੱਲ ਸਕੇ। ਤੁਹਾਨੂੰ ਲੱਗਦਾ ਕਿ ਸਰਕਾਰ ਕੋਈ ਰਾਹਤ ਦੇਊਗੀ ਜਲਦੀ, ਉਮੀਦ ਹੈ? ਨਾ ਜੀ, ਇਸ ਫਿਲਹਾਲ ਤਾਂ ਕੋਈ ਉਮੀਦ ਨਹੀਂ ਲੱਗਦੀ ਗੀ ਵੀ ਸਰਕਾਰ ਵੱਲੋਂ ਮਤਲਬ ਵੀ ਕੋਈ ਰਾਹਤ ਦਿੱਤੀ ਜਾਊਗੀ। ਪਹਿਲਾਂ ਵੀ ਇਹਨਾਂ ਨੇ 20 ਲੱਖ ਕਰੋੜ ਦਾ ਕਿਹਾ ਵੀ ਮਤਲਬ ਵਪਾਰੀਆਂ ਨੂੰ ਦਿੱਤਾ ਜਾਊਗਾ, ਸਾਨੂੰ ਤਾਂ ਮਤਲਬ ਵੀ ਕਿਸੇ ਵੀ ਵਪਾਰੀ ਨੂੰ ਇਸ ਚੀਜ਼ ਦੀ ਕੋਈ ਰਾਹਤ ਨਹੀਂ ਮਿਲੀ ਹੈ। ਤੇ ਪੂਰੇ ਪੰਜਾਬ ਦੇ ਵਪਾਰੀ ਜਿਹੜੇ ਹੈਗੇ ਲਗਾਤਾਰ ਲਾਸ 'ਚ, ਪੂਰੇ ਦੇਸ਼ ਨੂੰ ਨੁਕਸਾਨ ਹੋ ਰਿਹਾ। ਥੋੜੀ ਹੋਰ ਵੀ ਵਪਾਰੀਆਂ ਨਾਲ ਗੱਲ ਹੋਈ ਹੋਣੀ, ਕੀ ਦੱਸਦੇ ਕਾਰੋਬਾਰ ਬਾਰੇ? ਕਾਰੋਬਾਰ ਦੇ ਵਿੱਚ ਮਤਲਬ ਹੈ ਵੀ ਇਸ ਵੇਲੇ ਅਗਰ ਜੇ ਅਸੀਂ ਪਿਛਲੇ ਸਾਲ ਦੇ ਮੁਕਾਬਲੇ ਦੇਖੀਏ ਤਾਂ ਮਤਲਬ ਹੈ ਵੀ ਸਾਰਾ 20-25% ਕੰਮ ਹੋ ਰਿਹਾ ਹੈਗਾ ਇਹ ਸਾਰਾ। ਮਤਲਬ ਬਿਲਕੁਲ, ਸਾਡੇ ਨਾਲ ਅਮਿਤ ਕਪੂਰ ਨੇ ਜਿਹੜੇ ਕਿ ਪ੍ਰਧਾਨ ਨੇ ਪੰਜਾਬ ਵਪਾਰ ਮੰਡਲ ਦੇ। ਕਪੂਰ ਸਾਹਿਬ, ਸਰਕਾਰ ਅੜ ਕੇ ਬੈਠੀ ਹੈ, 2020 ਵੀ ਗਿਆ ਨੁਕਸਾਨ 'ਚ, 21 ਦੀ ਸ਼ੁਰੂਆਤ ਤਾਂ ਇਹ ਵੀ ਨਹੀਂ ਲੱਗ ਰਹੀ ਕਿ ਚੰਗੀ ਹੋ ਰਹੀ ਹੈ, ਕਿਉਂਕਿ ਕਿਸਾਨ ਅੰਦੋਲਨ ਲੰਬਾ ਜਾ ਰਿਹਾ, ਕੀ ਕਹਿਣਾ ਚਾਹੋਗੇ? ਸਾਡਾ ਤਾਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਜਦ ਦਾ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਤਦ ਤੋਂ ਲੈ ਕੇ ਅੱਜ ਤੱਕ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਪੂਰੇ ਮੋਢੇ ਨਾਲ ਮੋਢਾ ਲਾ ਕੇ ਕਿਸਾਨ ਭਰਾਵਾਂ ਨਾਲ ਖੜੇ ਹਾਂ। ਔਰ ਪਹਿਲੇ ਦਿਨ ਤੋਂ ਹੀ ਅਸੀਂ ਕਹਿ ਰਹੇ ਸੀਗੇ ਕਿ ਇਹ ਛੋਟੇ ਵਪਾਰੀਆਂ ਦਾ ਜਿਹੜਾ ਕਾਨੂੰਨ ਹੈ, ਜਿਹੜਾ ਖਰਾਬ ਕਰ ਰਿਹਾ ਜਿਹੜੇ ਕਿਸਾਨਾਂ ਵਾਸਤੇ, ਇਹ ਚੀਜ਼ ਜਿਹੜੀ ਹੈ ਛੋਟੇ ਵਪਾਰੀਆਂ ਨੂੰ ਤਬਾਹ ਕਰਨ ਵਾਲੀ ਹੈ। ਇਹ ਤਬਾਹ ਕਰਨ ਵਾਲੀ ਜਿਹੜੀ ਹੈ ਕਾਨੂੰਨ ਜਿਹੜੇ ਹੈ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਹੈ, ਲੇਕਿਨ ਇਹਨਾਂ ਨੇ ਕਿਸੇ ਦੀ ਗੱਲ ਨਹੀਂ ਮੰਨੀ। ਅੱਜ ਕਿਸਾਨ ਜਿਹੜੇ ਪਹਿਲੇ ਦਿਨ ਤਾਂ ਮੇਰੇ ਖਿਆਲ ਪੰਜਾਬ 'ਚ ਜਦੋਂ ਬੈਠੇ ਸੀ ਤਾਂ ਸਿੰਪਲ ਇੱਕ ਲਾਈਨ ਨਾਲ ਹੀ ਕੰਮ ਹੱਲ ਹੁੰਦਾ ਸੀਗਾ। ਸਿੰਪਲ ਇੱਕ ਲਾਈਨ ਜਿਹੜੀ MSP ਰਿਟਰਨ 'ਚ ਮੰਗ ਰਹੇ ਸੀਗੇ ਤਾਂ ਉੱਥੇ ਹੀ ਇਹਨਾਂ ਦਾ ਨਿਬੇੜਾ ਹੁੰਦਾ ਸੀਗਾ। ਲੇਕਿਨ ਬੜੀ ਨਲਾਇਕੀ ਨਾਲ ਇਹਨਾਂ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ, ਉਹਨਾਂ ਨੇ ਇੰਨੇ ਈਗੋਇਸਟ ਹੋ ਕੇ ਇੱਕੋ ਗੱਲ ਹੀ ਜਵਾਬ ਉਹਨਾਂ ਕੋਲ ਹੁੰਦਾ ਸੀਗਾ ਵੀ ਇਹ ਤਾਂ ਮੋਦੀ ਸਾਹਿਬ ਹੈ, ਇਹ ਵਾਪਸ ਨਹੀਂ ਲੈਣਗੇ ਕਾਨੂੰਨ। ਪਰ ਇਹ ਚੀਜ਼ ਅੱਜ ਇੰਨੀ ਭਾਰੀ ਪੈ ਚੁੱਕੀ ਹੈ, ਸਾਡੇ ਪੰਜਾਬ ਦੇ ਵਪਾਰ ਨੂੰ ਬਿਲਕੁਲ ਤਬਾਹ ਕਰਤਾ ਇਹਨਾਂ ਨੇ। ਅੱਜ ਸਾਡੇ ਪੰਜਾਬ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਕੋਈ ਵੀ 2 ਪੈਸੇ ਵੀ ਕੋਈ ਇਨਵੈਸਟ ਕਰਨ ਵਾਲਾ ਨਹੀਂ ਆਊਗਾ। ਔਰ ਕਿੰਨੀ ਬੇਸ਼ਰਮੀ ਨਾਲ ਸੈਂਟਰ ਦੀ ਸਰਕਾਰ ਜਿਹੜੀ ਬੈਠੀ ਹੈ, ਉਹ ਅੱਜ ਇਹ ਗੱਲਾਂ ਕਹਿ ਰਹੀ ਹੈ ਕਿ ਦੇਖੋ ਜੀ ਪੰਜਾਬ ਦੇ ਵਿੱਚ ਤਾਂ ਬਾਹਰਲੀ ਕੰਪਨੀਆਂ ਨੂੰ ਭਜਾ ਰਹੇ ਹੈ, ਬਾਹਰਲੀਆਂ ਕੰਪਨੀਆਂ ਨੂੰ ਭਜਾ ਰਹੇ ਹੈ, ਆਪਣੇ ਘਰ ਨੂੰ ਆਪ ਹੀ ਤਬਾਹ ਕਰ ਰਹੀ ਹੈ ਸੈਂਟਰ ਸਰਕਾਰ। ਅੱਜ ਪੰਜਾਬ ਦੇ ਅੰਦਰ ਇਹੋ ਜਿਹਾ ਮਾਹੌਲ ਪੈਦਾ ਕਰ ਰਹੀ ਹੈ, ਇਹੋ ਜਿਹਾ ਸਿਸਟਮ ਬਣਾ ਰਹੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਜਿਹੜਾ ਇਨਵੈਸਟਰ ਜਿਹੜਾ ਹੈ 5 ਪੈਸੇ ਵੀ ਇਨਵੈਸਟ ਨਾ ਕਰੇ, ਚਾਹੇ ਅੰਬਾਨੀ ਹੋਵੇ ਚਾਹੇ ਅਦਾਨੀ ਹੋਵੇ। ਇਹ ਅੰਬਾਨੀ ਅਦਾਨੀਆਂ ਦੀ ਸਾਡੇ ਕਿਸਾਨਾਂ ਦੀ ਕੋਈ ਲੜਾਈ ਨਹੀਂ ਸੀਗੀ। ਲੜਾਈ ਇਸ ਦੀ ਸੀਗੀ ਕਿ ਕਿਸਾਨਾਂ ਨੂੰ ਮਾਰ ਰਹੀ ਸੀ ਸਰਕਾਰ ਔਰ ਅੰਬਾਨੀ ਅਦਾਨੀਆਂ ਨੂੰ ਵਧਾ ਰਹੀ ਸੀਗੀ। ਸਾਨੂੰ ਅੰਬਾਨੀ ਅਦਾਨੀਆਂ ਨਾਲ ਕੋਈ ਰੌਲਾ ਨਹੀਂ ਸੀਗਾ, ਕਿਸੇ ਨੇ ਵੀ ਕੋਈ ਕਦੇ ਅੰਬਾਨੀ ਅਦਾਨੀਆਂ ਦੇ ਬਿਜ਼ਨਸਾਂ ਬਾਰੇ ਨਹੀਂ ਸੀ ਬੋਲਿਆ। ਜਦੋਂ ਇਹ ਅੰਬਾਨੀ ਅਦਾਨੀਆਂ ਦੇ ਕਾਨੂੰਨ ਜਿਹੜੇ ਇਸ ਤਰ੍ਹਾਂ ਦੇ ਬਣਾਏ ਸੀ, ਜਿਹੜੇ ਕਿਸਾਨਾਂ ਦੀ ਜ਼ਮੀਨ ਖੋਣ ਤੱਕ ਜਾ ਰਹੇ ਸੀਗੇ, ਕਿਸਾਨਾਂ ਨੂੰ ਗੁਲਾਮੀ ਦੀ ਜੰਜੀਰਾਂ ਦੇ ਵਿੱਚ ਬੰਨ੍ਹਣ ਤੱਕ ਜਾ ਰਹੇ ਸੀਗੇ, ਉਹਦੇ ਵਾਸਤੇ ਸੀਗਾ।
ਇਹ ਚੀਜ਼ ਜਿਹੜੀ ਹੈ ਸੈਂਟਰ ਦੀ ਸਰਕਾਰ ਨੇ ਇਹੋ ਜਿਹੇ ਤਰ੍ਹਾਂ ਦੇ ਮਤਲਬ ਸ਼ੋਅ ਆਫ ਕੀਤਾ ਕਿ ਇੱਥੇ ਜਿਹੜਾ ਹੈ ਕਿਸੇ ਵੱਡੇ ਇੰਡਸਟਰੀ ਨੂੰ ਖੜਨ ਨਹੀਂ ਦੇਣਗੇ ਜੀ, ਇੱਥੇ ਉਹ ਨਹੀਂ ਕਰਨ ਦੇਣਗੇ। ਐਸੀ ਕੋਈ ਗੱਲ ਨਹੀਂ ਹੈ। ਪੂਰੇ ਸੈਂਟਰ ਦੇ ਵਿੱਚ ਸਾਡਾ ਪੰਜਾਬ ਜਿਹੜਾ ਹੈ ਇੰਨਾ ਭਾਈਚਾਰਕ ਦੇਸ਼ ਸਟੇਟ ਹੈ ਜਿਹਦੇ 'ਚ ਅੱਜ ਕਦੇ ਇਸ ਤਰ੍ਹਾਂ ਦੀ ਕਦੇ ਕੋਈ ਗੱਲ ਨਹੀਂ ਹੁੰਦੀ। ਅਸੀਂ ਮੋਦੀ ਸਾਹਿਬ ਨੂੰ ਸਾਡਾ ਵਪਾਰ ਮੰਡਲ ਵੱਲੋਂ ਅਸੀਂ ਆਪਣੇ ਵੱਲੋਂ ਦੁਬਾਰਾ ਇੱਕ ਵਾਰੀ ਰਿਕੁਐਸਟ ਕਰਦੇ ਹਾਂ ਕਿ ਕੱਲ੍ਹ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ 'ਚ ਜਲਦ ਤੋਂ ਜਲਦ ਇਹਨਾਂ ਦਾ ਜਿਹੜਾ ਨਿਪਟਾਰਾ ਕੀਤਾ ਜਾਵੇ। ਤੁਸੀਂ ਆਹ ਕਾਨੂੰਨਾਂ ਨੂੰ ਰੱਦ ਕਰ ਦਿਓ। ਜਿਵੇਂ ਸਾਡੇ ਜਨਰਲ ਸੈਕਟਰੀ ਸਾਹਿਬ ਦੱਸ ਰਹੇ ਕਿ ਤੁਸੀਂ 12 ਅਮੈਂਡਮੈਂਟਾਂ ਤਾਂ ਕਰਨ ਨੂੰ ਤਿਆਰ ਹੋ, ਤਾਂ ਤੁਸੀਂ ਇਹ ਕਾਨੂੰਨ ਜਿਹੜੇ ਆ ਰੱਦ ਕਰੋ। ਉਹਨਾਂ ਦੇ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਬੁਲਾ ਕੇ ਉਹਨਾਂ ਨਾਲ ਬੈਠ ਕੇ ਇਹ ਚੀਜ਼ ਦੇ ਬਾਰੇ ਤੁਸੀਂ ਕੋਈ ਨਾ ਕੋਈ ਹੱਲ ਕੱਢ ਕੇ ਜਿਹੜਾ ਹੈ ਨਵਾਂ ਕਾਨੂੰਨ ਜਿਹੜਾ ਉਹਨਾਂ ਦੇ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਆਮਦਨ ਡਬਲ ਕਰਨੀ ਹੈ, ਤੁਸੀਂ ਪਹਿਲੇ ਕਹਿ ਰਹੇ ਹੋ ਕਿ 5 ਟ੍ਰਿਲੀਅਨ ਬਿਜ਼ਨਸ ਅਸੀਂ ਕਰ ਰਹੇ ਹਾਂ, ਤਾਂ ਅੱਜ 2021 ਆਇਆ ਸੀ ਤਾਂ ਮੋਦੀ ਸਾਹਿਬ ਇਹ ਚੀਜ਼ ਨੂੰ ਤੁਸੀਂ ਆਪਣੇ ਕਹਿੰਦੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਕਿਸਾਨ ਜ਼ੁਬਾਨੀ ਨਾ ਕਰੋ, ਉਹਨੂੰ ਕਰਕੇ ਵੀ ਦਿਖਾਓ ਕੁਛ ਨਾ ਕੁਛ। ਇਹ ਚੀਜ਼ ਨੂੰ ਪੰਜਾਬ ਨੂੰ, ਸਾਡੇ ਵਪਾਰੀਆਂ ਨੂੰ, ਸਾਡੇ ਮਿਡਲ ਤਬਕੇ ਨੂੰ ਬਰਬਾਦ ਹੋਣ ਤੋਂ ਬਚਾਓ। ਧੰਨਵਾਦ ਜੀ, ਬਹੁਤ ਬਹੁਤ। ਸੋ ਇਹ ਸਨ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਤੇ ਨਾਲ ਹੀ ਅਖਿਲ ਭਾਰਤੀ ਜਿਹੜੇ ਸਵਰਨ ਸੰਘ ਦੇ ਰਾਸ਼ਟਰ ਪ੍ਰਧਾਨ ਨੇ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਵਾਅਦੇ ਮੋਦੀ ਸਰਕਾਰ ਨੇ ਸਵਰਨ ਸੰਘ ਨਾਲ ਵੀ ਕੀਤੇ, ਯਾਨੀ ਜਵੈਲਰਸ ਜਿਹੜੇ ਹੈਗੇ ਉਹਨਾਂ ਨੇ ਵਾਅਦਾ ਕੀਤਾ ਸੀਗਾ, ਪਰ ਹੋਇਆ ਬਿਲਕੁਲ ਉਲਟ ਹੈ। ਵਾਅਦਾ ਖਿਲਾਫੀ ਹੋਈ ਹੈ, GST ਵਧਾ ਦਿੱਤੀ ਗਈ ਹੈ। ਤਾਂ ਇਸ ਕਰਕੇ ਉਹਨਾਂ ਦਾ ਇਹ ਕਹਿਣਾ ਕਿ ਇਹ ਸਰਕਾਰ ਦੇ ਉੱਤੇ ਵਿਸ਼ਵਾਸ ਕਿਸਾਨ ਕਦੇ ਨਾ ਕਰਨ, ਕਿਉਂਕਿ ਇਹ ਕਹਿੰਦੀ ਕੁਛ ਹੈ ਕਰਦੀ ਕੁਛ ਹੈ। ਔਰ ਜੇਕਰ ਪੰਜਾਬ ਦੇ ਵਪਾਰੀਆਂ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਪਾਰੀ ਅੱਜ ਇੱਕੋ ਇੱਕ ਮੰਗ ਕਰ ਰਿਹਾ ਕੇਂਦਰ ਦੀ ਸਰਕਾਰ ਤੋਂ ਕਿ ਦੇਸ਼ ਦਾ ਅੰਨਦਾਤਾ ਅੱਜ ਸੜਕਾਂ ਤੇ ਹੈ। 57 ਤੋਂ ਉੱਪਰ ਕਿਸਾਨ ਜਿਹੜੇ ਸ਼ਹੀਦ ਹੋ ਚੁੱਕੇ। ਇਸ ਕਰਕੇ ਕੇਂਦਰ ਸਰਕਾਰ ਤੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਕਿਸਾਨਾਂ ਦੀ ਮੰਗਾਂ ਆਉਣ ਵਾਲੇ ਸਮੇਂ 'ਚ ਜਲਦੀ ਪੂਰਨ ਕਰੇ ਤਾਂ ਕਿ ਪੰਜਾਬ ਦਾ ਵਪਾਰ ਜਿਹੜਾ ਥੱਲੇ ਡਿੱਗਦਾ ਜਾ ਰਿਹਾ ਉਹਨੂੰ ਵੀ ਥੋੜੀ ਬਹੁਤ ਰਾਹਤ ਮਿਲੇ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।